खेती बिलों ਨੂੰ ਲੈ ਕੇ सीएम ਨੂੰ ਲਿਖੀ ਚਿੱਠੀ ਕਿਹਾ ਪੂਰੇ ਪੰਜਾਬ ਦੀਆਂ ਮੰਡੀਆਂ ਨੂੰ ਪ੍ਰਮੁੱਖ ਮੰਡੀ ਦਾ ਕੀਤਾ ਜਾਵੇ ਐਲਾਨ। ਪੰਜਾਬ ਦੇ ਕਿਸਾਨਾਂ ਨੂੰ ਨਹੀਂ ਕਰਨਾ ਪਵੇਗਾ ਮੁਸ਼ਕਿਲਾਂ ਦਾ ਸਾਹਮਣਾ। खेती ऑर्ਡੀਨੈਂਸ ਨੂੰ ਲੈ ਕੇ ਭਗਵੰਤ ਮਾਨ ਦਾ ਬਿਆਨ, ਬਿੱਲ ਕਿਸਾਨ ਵਿਰੋਧੀ ਹੀ ਨਹੀਂ ਬਲਕਿ ਲੋਕ ਵਿਰੋਧੀ ਵੀ। ਪੰਚਾਇਤ ਨੂੰ ਬਿੱਲ ਦੇ ਵਿਰੋਧ 'ਚ ਮਤੇ ਪਾਉਣ ਦੀ ਕੀਤੀ ਅਪੀਲ। ਮਹੀਨਿਆਂ ਬਾਅਦ ਘਰੋਂ ਨਿਕਲੇ ਨਵਜੋਤ ਸਿੱਧੂ, ਪ੍ਰਦਰਸ਼ਨ ਫਿਰ ਵੀ ਨਹੀਂ ਰਿਹਾ ਅਸਰਦਾਰ। 40 ਮਿੰਟ ਬਾਅਦ ਹੀ ਘਰ ਪਰਤੇ ਸਿੱਧੂ। कैबिनेट मंत्री प्रताप सिंह बाजवा ने खेती ऑर्ਡੀਨੈਂਸ ਨੂੰ ਲੈ ਕੇ पंजाब के मुख मंत्री कैप्टन अमरिंदर सिंह ਨੂੰ चिट्ठी लिखी है, जिस दौरान प्रताप बाजवा ने लिखा है कि पंजाब दीआं मंडियां ਨੂੰ प्रमुख मंडी ऐलान देना चाहिए ਤਾਂ जो किसानां ਨੂੰ ज़्यादा मुश्किलों का सामना ना करना पवे। ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਖੇਤੀ ਬਿੱਲਾਂ ਦੇ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਹਨਾਂ ਸੀਐਮ ਕੈਪਟਨ ਨੂੰ ਸਲਾਹ ਦਿੱਤੀ ਹੈ ਕਿ ਪੂਰੇ ਪੰਜਾਬ ਦੀਆਂ ਮੰਡੀਆਂ ਨੂੰ ਪ੍ਰਮੁੱਖ ਮੰਡੀ ਐਲਾਨ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫਸਲ ਲੈ ਕੇ ਕਿਸੇ ਹੋਰ ਸੂਬੇ 'ਚ ਜਾਣ ਦੀ ਲੋੜ ਹੀ ਨਾ ਪਵੇ ਤੇ ਕੇਂਦਰ ਵੱਲੋਂ ਲਿਆਂਦੇ ਗਏ ਇਹ ਖੇਤੀ ਬਿੱਲ ਪੰਜਾਬ 'ਚ ਲਾਗੂ ਹੀ ਨਾ ਹੋਣ। ਦੱਸ ਦਈਏ ਕਿ ਚਿੱਠੀ 'ਚ ਉਹਨਾਂ ਇਹ ਵੀ ਲਿਖਿਆ ਹੈ ਕਿ ਪੰਜਾਬ ਦੇ APMC ਐਕਟ 'ਚ ਕੁਝ ਬਦਲਾਅ ਕੀਤੇ ਜਾਣ ਤੇ ਪੰਜਾਬ ਦੀਆਂ ਮੰਡੀਆਂ ਦੀਆਂ ਭੌਤਿਕ ਸੀਮਾਵਾਂ 'ਚ ਵੀ ਵਾਧਾ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਕਿਸਾਨ ਆਪਣੀ ਖੇਤੀ ਜਿਣਸ ਨੂੰ ਪੰਜਾਬ 'ਚ ਹੀ ਵੇਚ ਸਕੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਸੰਸਦ ਦੇ ਦੋਵਾਂ ਸਦਨਾਂ 'ਚੋਂ ਪਾਸ ਕਰ ਦਿੱਤਾ ਹੈ, ਜਿਸ ਤੋਂ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਸੰਗਰੂਰ ਤੋਂ सांसद ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ ਕਿਹਾ ਕਿ ਇਹ ਬਿੱਲ ਕਿਸਾਨ ਵਿਰੋਧੀ ਹੀ ਨਹੀਂ ਬਲਕਿ ਲੋਕ ਵਿਰੋਧੀ ਹੈ। ਇਸ ਦੇ ਨਾਲ ਹੀ ਉਹਨਾਂ ਪੰਚਾਇਤ ਨੂੰ ਇਸ ਬਿੱਲ ਦੇ ਵਿਰੋਧ 'ਚ ਮਤੇ ਪਾਉਣ ਦੀ ਅਪੀਲ ਵੀ ਕੀਤੀ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਮੌਕੇ ਖੇਤੀ ਆਰਡੀਨੈਂਸ ਤੇ ਬੋਲਦਿਆਂ ਕਿਹਾ ਕਿ ਇਹ ਕਿਸਾਨ ਵਿਰੋਧੀ ਹੀ ਨਹੀਂ ਲੋਕ ਵਿਰੋਧੀ ਕਾਨੂੰਨ ਹੈ, ਜਿਸ ਦੇ ਵਿਰੋਧ 'ਚ ਕਈ ਸੂਬਿਆਂ ਦੇ ਲੋਕ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਨੇ। ਇਸ ਮੌਕੇ ਉਹਨਾਂ ਪੰਚਾਇਤ ਨੂੰ ਇਸ ਬਿੱਲ ਦੇ ਵਿਰੋਧ 'ਚ ਮਤੇ ਪਾਉਣ ਦੀ ਅਪੀਲ ਕੀਤੀ। ਖੇਤੀ ਨਾਲ ਜੁੜੇ ਹੋਏ ਸਾਰੇ ਲੋਕ ਆਪਾਂ, ਸੋ ਇਹ ਕੱਲਾ ਕਿਸਾਨ ਵਿਰੋਧੀ ਨਹੀਂ, ਇਹ ਲੋਕ ਵਿਰੋਧੀ ਕਾਨੂੰਨ ਹੈ। ਇਸੇ ਕਰਕੇ ਅਸੀਂ ਕਿਹਾ ਗ੍ਰਾਮ ਸਭਾ ਬੁਲਾਓ, ਪਿੰਡ ਬਚਾਓ। ਦੇਖੋ ਇਹ ਅਧਿਕਾਰ ਹੈ ਜੀ, ਇਹ ਗ੍ਰਾਮ ਸਭਾ ਦਾ ਅਧਿਕਾਰ ਹੈ। ਹਰਿਆਣੇ 'ਚ ਕਿਉਂ ਨਹੀਂ ਹੋਊਗਾ? ਹਰਿਆਣੇ ਦੇ ਲੋਕ ਵੀ ਤਾਂ ਸੜਕਾਂ ਤੇ ਫਿਰਦੇ ਨੇ। ਮੰਨ ਲਓ ਕਿਸੇ ਹੋਰ ਸਟੇਟ ਦੇ ਵਿੱਚ ਨਹੀਂ ਕਰੇ। ਮੈਂ ਤਾਂ ਇਹ ਵੀ ਕਿਹਾ ਸੀ ਲੋਕ ਸਭਾ ਦੇ ਵਿੱਚ ਕਿ ਤੁਸੀਂ ਪੰਜਾਬ ਤੇ ਹਰਿਆਣੇ ਨੂੰ ਛੱਡ ਕੇ ਦੇਖ ਲਓ ਵਿੱਚੋਂ, ਸਾਨੂੰ ਕਿਉਂ ਛੇੜੀ ਜਾਂਦੇ ਹੋ ਤੁਸੀਂ? ਸਾਡਾ ਬੜਾ ਵਧੀਆ ਸਿਸਟਮ ਚੱਲ ਰਿਹਾ MSP ਵਾਲਾ। ਤੁਸੀਂ ਐਂ ਕਰੋ ਸਾਰੇ ਮੁਲਕ 'ਚ ਕ੍ਰਾਂਤੀ ਲਿਆ ਦਿਓ ਪਹਿਲਾਂ ਇਸ ਬਿੱਲ ਨਾਲ, ਉਦੋਂ ਬਾਅਦ ਅਸੀਂ ਮੰਨ ਜਾਾਂਗੇ, ਸਾਨੂੰ ਵੀ ਪਾ ਲਿਓ ਵਿੱਚ ਫਿਰ ਜੇ ਇਸ ਫਾਇਦਾ ਹੁੰਦਾ ਹੋਇਆ। ਇਹੀ ਕਾਨੂੰਨ ਪਹਿਲਾਂ ਬਿਹਾਰ 'ਚ ਲਾਗੂ ਕਰ ਚੁੱਕੇ ਨੇ, ਫਿਰ ਫਲੋਪ ਸਾਬਤ ਹੋਇਆ ਉਹ। ਸੋ ਪੰਜਾਬ ਤੇ ਹਰਿਆਣੇ ਨੂੰ ਬਹੁਤ ਵੱਡੇ ਨੁਕਸਾਨ ਨੇ ਕਿਉਂਕਿ ਸਾਡਾ ਪ੍ਰੋਕਿਉਰਮੈਂਟ ਸਿਸਟਮ ਬਹੁਤ ਵਧੀਆ। ਮਹੀਨਿਆਂ ਬਾਅਦ ਘਰੋਂ ਨਿਕਲੇ ਨਵਜੋਤ ਸਿੰਘ ਸਿੱਧੂ ਕੱਲ ਖੇਤੀ ਆਰਡੀਨੈਂਸ ਦਾ ਵਿਰੋਧ ਕਰਨ ਤਾਂ ਪਹੁੰਚੇ, ਪਰ ਉਹਨਾਂ ਦਾ ਪ੍ਰਦਰਸ਼ਨ ਜ਼ਿਆਦਾ ਅਸਰਦਾਰ ਦਿਖਾਈ ਨਹੀਂ ਦਿੱਤਾ ਤੇ 40 ਮਿੰਟ ਦੇ ਅੰਦਰ ਹੀ ਸਿੱਧੂ ਪ੍ਰਦਰਸ਼ਨ ਕਰਕੇ ਆਪਣੇ ਘਰ ਵਾਪਸ ਵੀ ਚਲੇ ਗਏ। नवजोत सिद्धू ने किया खेती बिलों विरुद्ध प्रदर्शन। रोस मार्च दौरान सिर्फ 4 मिनट चले सिद्धू, 40 मिनटा प्रदर्शन कर परत गए सिद्धू। ना धरना ना जन संबोधन, सिर्फ मीडिया ने की गलबात। महीनों बाद घरों निकले कांग्रेसी आगू ते साबका मंत्री नवजोत सिंह सिद्धू ने अमृतसर में खेती बिलों का विरोध किया। इस दौरान सिद्धू बेशक अपने बेबाक अंदाज में पत्रकारों नाल गल करते वेखे गए, पर इस दे उल्ट उन्होंने प्रदर्शन बहुता असरदार दिखाई नहीं दिता। नवजोत सिंह सिद्धू तकरीबन दोपहर 12 बजे मिथे प्रोग्राम तो 1 घंटा देरी नाल घरों निकले। तकरीबन 12:05 तो अपनी गड्डी राही भंडारी पुल ते पहुंचे, जिथे भारी गर्मी विचकार उन्होंने हल्के के कौंसलर ते वर्कर उन्होंने उड़ीक कर रहे सन। सिद्धू इत्थों ही प्रदर्शन कर पैदल चले और यह पैदल मार्च भी 4 मिनटों में समाप्त हो गया। इस तो बाद एक ट्रैक्टर ट्राली ते सवार होए, जिथे उन्होंने हाथ में तख्तियां फड़ के केंद्र सरकार खिलाफ नारेबाजी की। फिर हालगेट नेड़े पुज के वो पत्रकारों नाल रूबरू होए। लेकिन मैं इसको जरूरी मुद्दा कोई नहीं समझदा। अज मैं इत्थे अपने लिए आया क्योंकि किसान मेरे प्राण ने, किसान मेरी जान है, किसान है मेरी पग, साडी पग नूं हत्थ पाया इन्हां ने, साडी गैरत नूं हत्थ पाया इन्हां ने, साडे ईमान नूं हत्थ पाया इन्हां ने, साडे अस्तित्व नूं हत्थ पाया इन्हां ने। इस करके ये लड़ाई इनकलाब दा हुलारा सानूं देना पैना, क्योंकि जे असीं अपनी पग लई नहीं लड़ सकदे ते फिर असीं किसी चीज़ लई नहीं लड़ सकदे। कुल मिला के घरों निकलन तो करीब 40 मिनट बाद ही सिद्धू का किसानों के हक में प्रदर्शन खत्म हो गया तो वो अपने घर नूं वापसी कर गए। ਇੱਥੇ दस दईए कि सिद्धू कई महीनों तो आम लोगों में नहीं आए सन।
ਜਿਸ ਕਾਰਨ ਉਹਨਾਂ ਖਿਲਾਫ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ਤੇ ਲਗਾਤਾਰ ਪ੍ਰਚਾਰ ਕਰ ਰਹੇ ਸਨ। ਲੋਕ ਸਵਾਲ ਚੁੱਕ ਰਹੇ ਸਨ ਕਿ ਆਖਰ ਨਵਜੋਤ ਸਿੱਧੂ ਲੋਕਾਂ ਜਾਂ ਕਿਸਾਨਾਂ ਦੇ ਵਿਚਕਾਰ ਆ ਕੇ ਖੇਤੀ ਬਿੱਲਾਂ ਤੇ ਹੋਰ ਮੁੱਦਿਆਂ ਨੂੰ ਕਿਉਂ ਨਹੀਂ ਚੁੱਕ ਰਹੇ। ਖੇਤੀ ਆਰਡੀਨੈਂਸ ਦੇ ਖਿਲਾਫ ਜਿੱਥੇ ਕਿਸਾਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ, ਉੱਥੇ ਹੀ ਕੁਝ ਕਿਸਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਮਿਲਣ ਪਹੁੰਚੇ, ਜਿੱਥੇ ਉਹਨਾਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਨਰਿੰਦਰ ਤੋਮਰ ਨੇ ਇਸ ਬਿੱਲ ਨੂੰ ਕਿਸਾਨਾਂ ਦੇ ਹੱਕ 'ਚ ਦੱਸਿਆ। ਪੰਜਾਬ ਭਰ 'ਚ ਜਿੱਥੇ ਕਿਸਾਨ ਬਿੱਲਾਂ ਦਾ ਮੁੱਦਾ ਭਖਦਾ ਜਾ ਰਿਹਾ ਹੈ ਤੇ ਹਰ ਰੋਜ਼ ਇਸ ਨੂੰ ਰੱਦ ਕਰਾਉਣ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਨੇ, ਉੱਥੇ ਹੀ ਦੂਜੇ ਪਾਸੇ ਅੱਜ ਕੁਝ ਕਿਸਾਨ ਇਸ ਬਿੱਲ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਮਿਲਣ ਪਹੁੰਚੇ ਤੇ ਉਹਨਾਂ ਦਾ ਧੰਨਵਾਦ ਕੀਤਾ। ਕੇਂਦਰੀ ਮੰਤਰੀ ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਇਹ ਬਿੱਲ ਕਿਸਾਨਾਂ ਨੂੰ ਆੜ੍ਹਤੀਆਂ ਕੋਲੋਂ ਬਚਾਉਣਗੇ ਤੇ ਨਾਲ ਹੀ ਕਿਸਾਨ ਦੇਸ਼ ਵਿੱਚ ਕਿਤੇ ਵੀ ਆਪਣੀ ਫਸਲ ਵੇਚ ਸਕਣਗੇ। देखिए, ये जो कृषि सुधार बिल है, ये दोनों के दोनों किसानों के जीवन में क्रांतिकारी बदलाव लाने वाले हैं। जो किसान है वो इसे समझ रहा है, लेकिन बीच के बिचौलिए और ये कांग्रेस के नेता जबरन देश को गुमराह करने का एक असफल प्रयत्न कर रहे हैं, जिसमें ये सफल नहीं होंगे। ये रिफॉर्म आवश्यक थे, रिफॉर्म मोदी सरकार ने किए हैं। अब किसान मंडी के कानूनों से आज़ाद हो गया है, अपने उत्पादन को बिना टैक्स के किसी को भी बेचने के लिए स्वतंत्र हो गया है। इन बिलों के परिणाम स्वरूप आने वाले कल में खेती समृद्ध होगी, किसान की आमदनी बढ़ेगी, किसान महंगी फसलों की तरफ आकर्षित होगा, निजी निवेश गांव तक पहुंचेगा और खेती में आमूलचूल परिवर्तन आएगा। यह सारा देश समझ रहा है। वो चंद लोग हैं जो राजनीतिक और निजी स्वार्थों के चलते इस सारे मामले को मैं देश को गुमराह करने की असफल कोशिश करूँगा। ਖੇਤੀ ਆਰਡੀਨੈਂਸ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਬੀਜੇਪੀ ਲੀਡਰਾਂ ਦਾ ਬਾਈਕਾਟ ਕਰਨ ਦੀ ਗੱਲ ਕਹੀ। ਹਰ ਤਰ੍ਹਾਂ ਦੀ ਟਰਾਂਸਪੋਰਟ, ਬਾਜ਼ਾਰ ਸਭ ਕੁਝ ਬੰਦ ਰਹੂਗਾ ਔਰ ਸਿਰਫ ਜੇ ਕੋਈ ਮਰੀਜ਼ ਨੇ ਉਹਨਾਂ ਨੂੰ ਅਲਾਉ ਕਰਾਂਗੇ ਜਾਣ ਵਾਸਤੇ ਐਂਬੂਲੈਂਸਿਸ ਨੂੰ। ਇਹ ਤੋਂ ਬਾਅਦ ਫਿਰ 25 ਤੋਂ ਬਾਅਦ ਅਸੀਂ ਫੈਸਲਾ ਕੀਤਾ ਵੀ 1 ਅਕਤੂਬਰ ਨੂੰ ਪੰਜਾਬ ਸਰਕਾਰ ਉਦੋਂ ਤੋਂ ਹੀ ਜਾਂ ਤਾਂ ਅਸੈਂਬਲੀ ਦਾ ਇਜਲਾਸ ਬੁਲਾ ਕੇ ਜਿਹੜੇ ਕਾਨੂੰਨ ਬਣੇ ਨੇ ਉਹਦੇ ਬਾਰੇ ਰੈਜ਼ੋਲੂਸ਼ਨ ਕਰੇ ਵੀ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਾਂਗੇ ਤੇ ਭਾਰਤ ਸਰਕਾਰ ਕਾਨੂੰਨ ਨੂੰ ਵਾਪਸ ਲਵੇ। ਉੱਥੇ ਰੇਲ ਰੋਕੋ ਅੰਦੋਲਨ ਹੋਏਗਾ। ਅਸੀਂ ਪੰਜਾਬ ਤੋਂ ਦਿੱਲੀ ਵੱਲ ਜਾਣ ਵਾਲੀਆਂ ਸਾਰੀਆਂ ਰੇਲਾਂ ਰੋਕ ਦਿਆਂਗੇ। ਭਈ ਪੰਜਾਬ ਵਿੱਚ ਅਸੀਂ ਹੁਣ ਬੀਜੇਪੀ ਦਾ ਕੋਈ ਵੀ ਲੀਡਰ ਸਾਡੇ ਆ ਗਿਆ ਬੀਜੇਪੀ ਦਾ ਅਸੀਂ ਟੋਟਲ ਬਾਈਕਾਟ ਕਰ। ਸੰਸਦ ਨੇ ਜੰਮੂ ਕਸ਼ਮੀਰ ਦੇ ਭਾਸ਼ਾ ਬਿੱਲ 2020 ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ 5 ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਉਰਦੂ, ਕਸ਼ਮੀਰੀ ਅਤੇ ਡੋਗਰੀ ਨੂੰ ਅਧਿਕਾਰਿਤ ਭਾਸ਼ਾ ਦਾ ਦਰਜਾ ਦਿੱਤਾ ਗਿਆ। ਇਸ 'ਚ ਪੰਜਾਬੀ ਨੂੰ ਵੀ ਸ਼ਾਮਿਲ ਕਰਨ ਦੀ ਮੰਗ ਉੱਠੀ ਸੀ, ਪਰ ਸਰਕਾਰ ਵੱਲੋਂ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਇਸ ਤੇ ਬਿਆਨ ਦਿੱਤਾ ਹੈ। ਸੰਸਦ ਨੇ ਜੰਮੂ ਕਸ਼ਮੀਰ ਦੇ ਭਾਸ਼ਾ ਬਿੱਲ 2020 ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ 5 ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਉਰਦੂ, ਕਸ਼ਮੀਰੀ ਅਤੇ ਡੋਗਰੀ ਨੂੰ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਦੀ ਅਧਿਕਾਰਿਤ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਇਸ ਵਿੱਚ ਪੰਜਾਬੀ ਨੂੰ ਵੀ ਸ਼ਾਮਿਲ ਕਰਨ ਦੀ ਮੰਗ ਉੱਠੀ ਸੀ, ਪਰ ਸਰਕਾਰ ਵੱਲੋਂ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਲੋਕ ਸਭਾ ਬਿੱਲ ਤੋਂ ਬਾਅਦ ਰਾਜ ਸਭਾ ਵਿੱਚ ਬਹਿਸ ਤੋਂ ਬਾਅਦ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ 1.78% ਹੈ। ਇਸ ਲਈ ਇਸ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਜਾ ਰਹੇ ਨੇ। ਸਰਕਾਰ ਕਿਸੇ ਖੇਤਰੀ ਭਾਸ਼ਾ ਦੇ ਵਿਰੁੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿੱਲ ਵਿੱਚ ਪੰਜਾਬੀ, ਗੁਜਰੀ ਅਤੇ ਪਹਾੜੀ ਦੇ ਵਿਕਾਸ ਲਈ ਕਈ ਵਿਵਸਥਾਵਾਂ ਕੀਤੀਆਂ ਗਈਆਂ ਨੇ। ਮੰਤਰੀ ਨੇ ਕਿਹਾ ਕਿ ਕਸ਼ਮੀਰੀ ਅਤੇ ਡੋਗਰੀ ਜੰਮੂ ਕਸ਼ਮੀਰ ਦੇ 74% ਲੋਕਾਂ ਦੀਆਂ ਭਾਸ਼ਾਵਾਂ ਹਨ, ਪਰ 70 ਸਾਲਾਂ ਤੋਂ ਇਹਨਾਂ ਭਾਸ਼ਾਵਾਂ ਨੂੰ ਰਾਜ ਦੀ ਸਰਕਾਰੀ ਭਾਸ਼ਾ ਨਾ ਬਣਾ ਕੇ ਲੋਕਾਂ ਨੂੰ ਉਹਨਾਂ ਦੀਆਂ ਇੱਛਾਵਾਂ ਤੋਂ ਵਾਂਝਾ ਰੱਖਿਆ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਕਿਹਾ ਕਿ ਇਸ ਬਿੱਲ ਵਿੱਚ ਪੰਜਾਬੀ ਨੂੰ ਸ਼ਾਮਿਲ ਨਾ ਕਰਨਾ ਮੰਦਭਾਗਾ ਹੈ। ਕਿ ਪੰਜਾਬੀ ਭਾਸ਼ਾ ਜਿਸ ਵੇਲੇ ਜੰਮੂ ਕਸ਼ਮੀਰ ਦੀ ਕਨਸਟੀਟਿਊਸ਼ਨ ਬਣੀ ਸੀ ਉਹਦੇ ਵਿੱਚ ਵੀ ਸੀ। ਜੰਮੂ ਕਸ਼ਮੀਰ ਦਾ ਪਹਿਲਾ ਪ੍ਰਧਾਨ ਮੰਤਰੀ ਵੀ ਪੰਜਾਬੀ ਸੀ, ਮਹਾਜਨ ਜੀ। ਉਹਦੇ ਬਾਅਦ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਸੀ ਉਰਦੂ ਤੇ ਹਿੰਦੀ ਦੇ ਨਾਲ। ਸਾਈਨ ਬੋਰਡ ਹੁੰਦੇ ਸੀ ਸੜਕਾਂ ਤੇ ਪੰਜਾਬੀ ਵਿੱਚ। ਹੌਲੀ ਹੌਲੀ ਅਸੀਂ ਇਸ ਭਾਸ਼ਾ ਨੂੰ ਉੱਥੋਂ ਖਤਮ ਕਰ ਰਹੇ ਹਾਂ ਤੇ ਉੱਥੇ ਬਸੇ ਪੰਜਾਬੀ ਉਹ ਬੜੇ ਅਪਸੈਟ ਨੇ ਕਿ ਨਿਰਾਸ਼ ਨੇ ਕਿ ਇਹੋ ਜਿਹੀ ਚੀਜ਼ਾਂ ਹੋ ਰਹੀਆਂ, ਕਿਉਂਕਿ ਜਿਹੜੀ ਭਾਸ਼ਾ ਹੁੰਦੀ ਹੈ ਜਾਂ ਬੋਲੀ ਹੁੰਦੀ ਹੈ ਉਹ ਹਰ ਇਨਸਾਨ ਦੀ ਇੱਕ ਵਿਰਸਾ ਹੁੰਦਾ ਹੈ, ਸੰਸਕ੍ਰਿਤਿਕ
ਵਿਰਸਾ ਜਿਹਨੂੰ ਤੁਸੀਂ ਕਹਿ ਸਕਦੇ ਹੋ। ਤੇ ਮੈਂ ਇਹੀ ਗੱਲ ਅੱਜ ਉਠਾਈ ਸੀ ਕਿ ਬਈ ਤੁਸੀਂ ਕਿਉਂ ਪੰਜਾਬੀਆਂ ਨੂੰ ਉੱਥੇ ਅਪਸੈਟ ਕਰ ਰਹੇ ਹੋ। ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਵੱਲੋਂ ਖੇਤੀ ਬਿੱਲਾਂ ਦਾ ਸਮਰਥਨ ਕਰਨ ਤੇ ਯੂਥ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ, ਜਿਸ ਦੌਰਾਨ ਕਾਂਗਰਸ ਵੱਲੋਂ ਸਨੀ ਦਿਓਲ ਦੇ ਪੋਸਟਰ ਤੇ ਕਾਲਖ ਵੀ ਮਲੀ ਗਈ ਤੇ ਪੋਸਟਰ ਵੀ ਫਾੜੇ ਗਏ। ਖੇਤੀ ਬਿੱਲਾਂ ਦਾ ਸਮਰਥਨ ਕਰਨ ਤੋਂ ਬਾਅਦ ਹੀ ਗੁਰਦਾਸਪੁਰ ਦੇ ਬੀਜੇਪੀ ਐਮਪੀ ਸਨੀ ਦਿਓਲ ਤੇ ਵਿਰੋਧੀ ਧਿਰਾਂ ਲਗਾਤਾਰ ਹਮਲਾ ਕਰ ਰਹੀਆਂ ਨੇ। ਇਸੇ ਦੇ ਚੱਲਦਿਆਂ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਬੁੱਟਰ ਚੌਂਕ 'ਚ ਐਮਐਲਏ ਫਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਅਤੇ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਕੰਵਰ ਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਗੁਰਦਾਸਪੁਰ ਦੇ ਐਮਪੀ ਸਨੀ ਦਿਓਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਪੋਸਟਰ ਵੀ ਫਾੜੇ ਗਏ। ਉੱਥੇ ਕੰਵਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਨੀ ਦਿਓਲ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਅਖਵਾਉਂਦਾ ਹੈ, ਪਰ ਉਸ ਨੂੰ ਕਿਸਾਨਾਂ ਦੇ ਦਰਦ ਦਾ ਪਤਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਆਰਡੀਨੈਂਸ ਲਾਗੂ ਹੋਵੇ। ਬਾਜਵਾ ਨੇ ਸਨੀ ਦਿਓਲ ਦੇ 2.5 ਕਿਲੋ ਵਾਲੇ ਹੱਥ ਦੇ ਡਾਇਲੋਗ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਅੱਜ ਉਹਨਾਂ ਨੂੰ 2.5 ਕਿਲੋ ਅੰਡੇ ਅਤੇ ਟਮਾਟਰ ਜ਼ਰੂਰ ਖਿਲਾ ਦਿੱਤੇ ਨੇ। ਜਿਹੜਾ ਉਹਨਾਂ ਦਾ ਅਸਲ ਚਿਹਰਾ ਹੈ, ਆਪਣੇ ਆਪ ਨੂੰ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਕਿਸਾਨ ਦਾ ਪੁੱਤਰ ਕਹਿੰਦੇ ਆਏ ਨੇ, ਪਰ ਇਹਨਾਂ ਨੂੰ ਅਸਲ ਕਿਸਾਨ ਦੀ ਦਰਦ ਹੀ ਨਹੀਂ ਪਤਾ। ਇਹਨਾਂ ਨੂੰ ਜ਼ਮੀਨੀ ਹਾਲਾਤ ਹੀ ਨਹੀਂ ਪਤਾ ਕਿ ਪੰਜਾਬ ਦੇ ਕੀ ਨੇ। ਪੰਜਾਬ ਹਰਿਆਣੇ ਦੇ ਲੋਕ ਜਦੋਂ ਚਾਹੁੰਦੇ ਹੀ ਨਹੀਂ ਇਹ ਕਾਨੂੰਨ ਲਾਗੂ ਹੋਵੇ ਉਹਨਾਂ ਦੇ ਉੱਤੇ, ਤੇ ਜਦੋਂ ਜਿਹੜਾ ਮਰੀਜ਼ ਹੈ ਉਹਨੂੰ ਤੁਸੀਂ ਇੱਕ ਟ੍ਰੀਟਮੈਂਟ ਦੇ ਰਹੇ ਹੋ ਕਿ ਜੀ ਤੈਨੂੰ ਇੰਜੈਕਸ਼ਨ ਲਾਣਾ ਹੀ ਲਾਣਾ, ਪਰ ਉਹ ਲਵਾਉਣਾ ਹੀ ਨਹੀਂ ਚਾਹੁੰਦਾ। ਉਹ ਕਹਿੰਦਾ ਕਿ ਮੈਂ ਬਿਲਕੁਲ ਠੀਕ ਹਾਂ, ਮੈਨੂੰ ਜਿੱਦਾਂ ਚੱਲੀ ਜਾਂਦਾ ਮੇਰਾ ਸਰੀਰ, ਮੈਨੂੰ ਚੱਲੀ ਜਾਣ ਦਿਓ। ਉਹ ਨਾ ਮੰਨਦੇ ਹੋਇਆ ਪ੍ਰਾਈਵੇਟ ਕੰਪਨੀ ਦੇ ਹੱਥ ਫਾਰਮਿੰਗ ਨੂੰ, ਖੇਤੀਬਾੜੀ ਨੂੰ ਦਿੰਦਿਆਂ ਹੋਇਆ ਜਿਹੜੀ ਕਿਸਾਨਾਂ ਦੀ ਮੁਸ਼ਕਲਾਂ ਹੈਗੀਆਂ। ਮੋਦੀ ਸਰਕਾਰ ਨੇ ਕਰੋਨਾ ਵਾਇਰਸ ਦੇ ਟਾਈਮ, ਇੰਨੀ ਔਖੀ ਘੜੀ ਦੇ ਟਾਈਮ ਕੀ ਕਹਿੰਦੇ ਨੇ ਉੱਥੇ ਲੋਕ ਸਭਾ ਦੇ ਵਿੱਚ ਇਹਦੇ ਉੱਤੇ ਬਹਿਸ ਕੀਤੇ ਬਗੈਰ ਇਹਨਾਂ ਨੇ ਬਿੱਲ ਪਾਸ ਕੀਤੇ। ਰਾਜ ਸਭਾ 'ਚ ਬਹਿਸ ਕੀਤੇ ਬਗੈਰ ਇਹਨਾਂ ਨੇ ਬਿੱਲ ਪਾਸ ਕੀਤੇ ਤੇ ਪਾਰਲੀਮੈਂਟ ਬੁਲਾਉਣ ਦਾ ਸਾਨੂੰ ਲੱਗਦਾ ਕੋਈ ਫਾਇਦਾ ਹੀ ਨਹੀਂ ਸੀਗਾ। ਤੇ ਅਗਰ ਸਨੀ ਦਿਓਲ ਜੀ ਨੂੰ ਅਸਲ ਮਾਇਨੇ ਦੇ ਵਿੱਚ ਅਗਰ ਇਹ ਕਿਸਾਨ ਦੇ ਪੁੱਤਰ ਹੁੰਦੇ ਤੇ ਪੰਜਾਬ ਦੀ ਹਿੱਤ ਲਈ ਕੁਝ ਸੋਚਦੇ, ਗੁਰਦਾਸਪੁਰ ਦੇ ਲੋਕਾਂ ਨੇ ਇਹਨਾਂ ਦੀ ਇੰਨੀ ਆਸਾਂ ਨਾਲ ਭੇਜਿਆ ਕਿ ਇੱਕ ਵੱਡਾ ਚਿਹਰਾ ਹੈ, ਵੱਡੀ ਆਵਾਜ਼ ਹੋਊਗੀ, ਗੂੰਜੂਗੀ। ਮੋਦੀ ਸਾਹਿਬ ਵੀ ਕੀ ਪਤਾ ਜਿਹੜੇ ਗੂੰਗੇ ਬਹਿਰੇ ਨੇ ਉਹ ਵੀ ਸ਼ਾਇਦ ਇਹਨਾਂ ਦੀ ਆਵਾਜ਼ ਸੁਣ ਲੈਣ ਪੰਜਾਬ ਦੇ ਪ੍ਰਤੀ, ਪਰ ਇਹਨਾਂ ਨੇ ਤੇ ਲੋਕਾਂ ਦੀ ਪਿੱਠ ਉੱਥੇ ਜਾ ਕੇ ਲਾਤੀ। ਲੋਕਾਂ ਨੂੰ ਜਿਹੜੇ ਮੋਦੀ ਸਰਕਾਰ ਦਾ ਜਿਹੜਾ ਕਿਸਾਨ ਵਿਰੋਧੀ ਬਿੱਲ ਹੈ ਉਹਦੇ ਹੱਕ 'ਚ ਇਹਨਾਂ ਨੇ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਨਹੀਂ ਜੀ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਹੈ। ਤੇ ਇਹਦੇ ਨਾਲ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਮੋਦੀ ਜੀ ਨੇ ਕਿਹਾ ਕਿ ਇਹਦਾ ਬਿੱਲ ਦਾ ਸਮਰਥਨ ਕਰੋ। ਰੋਲਾ ਪਾਈ ਜਾਂਦੀ ਬੀਜੇਪੀ ਸਰਕਾਰ ਜਾਂ ਅਕਾਲੀ ਸਰਕਾਰ ਵੀ ਹੈ, ਜਿਹੜਾ ਆਰਡੀਨੈਂਸ ਬਹੁਤ ਵਧੀਆ ਜੋ ਕਿ ਬਿਲਕੁਲ ਨਿਕੰਮੇ ਬਿੱਲ ਸਰਕਾਰ ਨੇ ਲਿਆਂਦੇ ਆ ਤੇ ਇਹਨਾਂ ਨੇ ਉਹਨੂੰ ਨਾ ਕਰਨ ਦੀ ਬਜਾਏ ਇਹ ਗੁਰਦਾਸਪੁਰ ਤੋਂ ਚੁਣ ਕੇ ਗਏ। ਉਹ ਸ਼ਹਿਰ 'ਚੋਂ ਵੀ ਵੋਟਾਂ ਪਾਈਆਂ ਇਹਨਾਂ ਨੂੰ, ਇੱਕ ਵਾਰੀ ਇੱਥੇ ਵੜੇ ਨਹੀਂ। ਇੱਥੇ ਆ ਕੇ ਸਿਰਫ ਇੱਕ ਦਿਨ ਗੱਡੀ 'ਚ ਘੁੰਮੇ ਤੇ ਆਪਣਾ 2.5 ਕਿਲੋ ਦਾ ਹੱਥ ਇੱਥੇ ਵਿਖਾਇਆ, ਪਰ ਅੱਜ ਅਸੀਂ ਇਹਨਾਂ ਨੂੰ 2.5 ਕਿਲੋ ਟਮਾਟਰ ਜ਼ਰੂਰ ਦਿਖਾਏ ਆ ਤੇ 2.5 ਕਿਲੋ ਆਂਡੇ ਵੀ, ਟਰੇਆਂ ਆਂਡੇ ਦੀਆਂ ਵੀ ਇਹਨਾਂ ਨੂੰ ਸੁੱਟੀਆਂ। ਇਹਨਾਂ ਨੂੰ ਪਤਾ ਲੱਗ ਜੇ ਵੀ ਅਗਲੀ ਵਾਰੀ ਕਾਦੀਆਂ ਜਾਂ ਗੁਰਦਾਸਪੁਰ 'ਚ ਕਿੱਦਾਂ ਵੜਨਾ। ਜੇ ਕਿਸਾਨਾਂ ਦੇ ਮੁੱਦੇ ਨਹੀਂ ਚੁੱਕਣਗੇ ਤੇ ਫਿਰ ਇਹਨਾਂ ਨੂੰ ਵੋਟਾਂ ਪਾਉਣ ਦਾ ਫਾਇਦਾ ਕੀ। ਗੁਰਦਾਸਪੁਰ ਵਿੱਚ 3 ਨੌਜਵਾਨਾਂ ਵੱਲੋਂ ਬੰਦੂਕ ਦੀ ਨੋਕ ਤੇ ਇੱਕ 17 ਸਾਲਾ ਲੜਕੀ ਨੂੰ ਅਗਵਾ ਕਰ ਲਿਆ ਗਿਆ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਦੇ ਪਿੰਡ ਉਗਰਾ 'ਚ 3 ਨੌਜਵਾਨਾਂ ਨੇ ਫਾਇਰਿੰਗ ਕਰਕੇ ਪਿਸਤੌਲ ਦੀ ਨੋਕ ਤੇ ਇੱਕ 17 ਸਾਲ ਦੀ ਲੜਕੀ ਨੂੰ ਘਰੋਂ ਅਗਵਾ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਕਰੀਬ 17 ਸਾਲ ਦੀ ਹੈ, ਜੋ ਕਿ 11ਵੀਂ ਜਮਾਤ ਦੀ ਵਿਦਿਆਰਥਣ ਹੈ। ਲੜਕੀ ਦੇ ਪਿਤਾ ਦੇ ਬਿਆਨਾਂ ਅਨੁਸਾਰ ਪੁਲਿਸ ਨੇ ਪਿੰਡ ਖਰਲ ਅਤੇ ਲਖਨਪਾਲ ਦੇ 2 ਵਿਅਕਤੀਆਂ ਸਮੇਤ ਕਰੀਬ 6 ਨੌਜਵਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਡੀਐਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਇਸ ਮਾਮਲੇ 'ਚ ਜਾਂਚ ਜਾਰੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਕਤ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈ। ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਉਗਰੇ ਪਿੰਡ ਤੋਂ ਕੋਈ ਰਮਨਜੀਤ ਕੌਰ ਹੈਗੀ ਹੈ, ਜਿਹਦੀ ਉਮਰ 16 ਸਾਲ ਤੋਂ ਥੋੜੀ ਉੱਪਰ ਹੈ। ਉਹਨੂੰ ਅੱਜ ਕੋਈ ਇੱਕ ਬੂਰਾ ਵਾਸੀ ਖਰਲਾ ਪਿੰਡ ਦਾ ਤੇ ਇੱਕ ਕੋਈ ਭਾ ਹੈ ਵਾਸੀ ਲਖਨਪਾਲ ਥਾਣਾ ਪੁਰਾਣਾ ਸ਼ਾਲਾ ਤੋਂ, ਤੇ ਉਹਨਾਂ ਦੇ ਨਾਲ ਕਰੀਬ ਕੋਈ 4 ਮੁੰਡੇ ਹੋਰ ਆਏ ਸੀਗੇ, ਗਨ ਪੁਆਇੰਟ ਤੇ ਕਿਡਨੈਪ ਕਰਕੇ ਲੈ ਗਏ। ਪਿੰਡ ਵਾਲਿਆਂ ਦੇ ਦੱਸਣ ਤੋਂ ਪਤਾ ਲੱਗਾ ਕਿ ਉਹਨਾਂ ਨੇ ਇੱਕ ਅੱਧਾ ਕੋਈ ਫਾਇਰ ਵੀ ਕੀਤਾ। ਫਾਈ ਕਰ ਰਹੇ ਹਾਂ ਜੀ, ਪਾਰਟ ਆਫ ਇਨਵੈਸਟੀਗੇਸ਼ਨ ਹੈ, ਦੇਖ ਰਹੇ ਹਾਂ ਕੀ ਕਰਨਾ। ਤੁਹਾਨੂੰ ਦੱਸਿਆ ਜੀ 6 ਬੰਦੇ ਸੀਗੇ ਤੇ ਕੁੜੀ ਨੂੰ ਕਿਡਨੈਪ ਕਰਕੇ ਲੈ ਕੇ ਗਏ, ਜੋ ਸਾਨੂੰ ਪਤਾ ਲੱਗਾ ਘਰ ਚੋਂ ਲੈ ਗਏ ਜੀ। ਤੇ ਸਨ ਹੁਣ ਤੱਕ ਦੇ ਕੁਝ ਖਾਸ ਖਬਰਾਂ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।